किशन जी ये कांग्रेस की है वे सरकार या सीधियां धक्केशाहियां होंदियां। पोजीशन ये है ना गलाडा कंपनी नूं ये जमीन सरकार ने कैप्टन साहब ने देती। हाँ जी। साडे असीं 70-80 परिवार हाँ, ये नहीं सोचा भी ये रोटी कित्थों खाणगे कित्थों नहीं खाणगे। हाँ जी। 21 तरीक नूं आए आ 400 उन्हां मुलाजम नाल आंदा 7-8 ट्रैक्टर लिया के किराए ते विचे पनीरियां साडियां वाह गए विचे बाजरे वाह गए। असीं मिहनत कीती एसडीओ साहब दे भी मिहनत वाली गल आ 6 महीने साडे कड्ढो हाँ भी जे सानूं किते जमीन लै देणगे असीं उत्थे रोटी रोजी दा जुगाड़ बनावांगे। पर नहीं वो आंदा भी सानूं डीसी साहब दा आर्डर आ जी। हाँ जी। उन्हां ने साडी एक भी सुनी। असीं घालना घाली ही 36 साल इस जमीन दा पहलों केस लड़िया 14 च असीं फिर किराए ते जमीन वाही असीं महकमे नूं दिंदे आ पैसे। महकमे नूं पैसे किराए ते पर्चियां साडे कोल आ। ये सिद्धी सरकार ने करके इन्हां नूं सानूं नहीं पता तुहाडी पंचायत च पैसे पाते आ जी 18.5 लाख के हिसाब नाल वाही जोग जमीन आ। कंपनी वाले जे कागजां च आ ये बंजर करीम अही जमीन लई आ जी। ये वाही जोग जमीन आ सानू बेघर करके रखता है ये सरकार। धक्का कर रहे ने सीधा धक्का। कि अपना की नाम जी ਤੁਹਾਡਾ? मेरा धीर सिंह साबका सरपंच। ਸਾਬਕਾ ਸਰਪੰਚ ਤੁਸੀਂ ਕੇਸ ਲੜੇ ਸਰ ਆਏ? मैं 36 साल के है। ਅੱਛਾ ਇਹ ਸਾਰੀ ਜ਼ਮੀਨ ਜਿਹੜੀ ਆਪਾਂ ਤੁਹਾਨੂੰ ਦਿਸ ਰਹੀ ਹੈ ਇਹਨੂੰ ਬੰਜਰ ਕਰ ਰਹੇ ਬੰਜਰ ਲਈ ਗਿਆ ਸੀ। बंजर क्वायर की। ਮੌਜੂਦਾ ਸਰਪੰਚ ਕਿੱਥੇ ਜੀ? मौजूदा सरपंच इत्थे मरीकोट लेडी आ। ਲੇਡੀ ਆ ਜੀ। ਅੱਛਾ ਉਹ ਨਪਾੜਿਆ ਨੂੰ ਇੱਕ ਟਕੇ ਦਾ ਵੀ ਨਹੀਂ ਪਤਾ ਹਾਂਜੀ। ਸੈਨ ਕਰਨ ਜੋਗੀ ਆ। ਉਸ ਦਾ ਗੁੱਠਾ ਹੀ ਲਾਉਂਦੀ ਹੋਵੇ। ਗੁਰਚਰਨ ਸਿੰਘ ਦੀ ਘਰ ਵਾਲੀ ਗੱਲ ਦੀ ਗੱਲ ਕਰਦੇ? ਤਰਸੇਮ ਸਿੰਘ ਘਰ ਵਾਲੇ। ਅੱਛਾ ਤਾਂ ਗੁੱਠਾ ਲਵਾ ਲਿਆ ਸਾਰਾ। ਵੇਖੋ ਜੀ ਉਹਨਾਂ ਜੋ ਕੁਝ ਕਰ ਦਿੱਤਾ ਅਸੀਂ ਅੱਕ ਕੇ ਥੱਕ ਕੇ ਸਰਕਾਰ ਅੱਗੇ ਮਾਰਾ ਬੰਦੇ ਦੀ ਕੋਈ ਵਾਹ ਨਹੀਂ ਜਾਂਦੀ। ਸਰਕਾਰਾਂ ਹੁੰਦੀਆਂ ਲੋਕਾਂ ਨੂੰ ਵਸਾਉਣ ਲਈ। ਹਾਂਜੀ। ਸਰਕਾਰਾਂ ਇਹ ਨਹੀਂ ਹੁੰਦੀਆਂ ਵੀ ਜਾੜ ਦੋ ਲੋਕਾਂ ਨੂੰ। ਬਿਲਕੁਲ ਸਾਨੂੰ ਜਾੜਤਾ। ਹਾਂਜੀ। ਅੱਗੇ ਆਂਦੇ ਤੁਹਾਨੂੰ 250 ਕਿੱਲਾ ਜ਼ਮੀਨ ਲੈ ਕੇ ਦੇਵਾਂਗੇ ਸਾਨੂੰ 2.5 ਮਰਲੇ ਵੀ ਨਹੀਂ ਲੈ ਕੇ ਅੱਜ ਤੱਕ ਦਿੱਤੀ। ਉਹ ਲਾਰੇ ਲਾ ਰਹੇ ਨਾ ਲਾਰੇ ਲੱਪੇ ਤੁਹਾਨੂੰ ਠੰਡਾ ਕਰ ਦੋ ਲਗਾ ਬਸ। ਮੁੜ ਕੇ ਕਿਨੇ ਪੁੱਛਣਾ ਹੁੰਦਾ। ਆਹ ਕੋ ਸਾਡੇ ਨਾਲ ਫਿਰ ਕੁਝ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ। ਦਬਾਰਾ ਹੀ ਲਾਉਣੇ ਆ ਬੀਜਣੀਆਂ ਹੋਰ ਕੀ ਹਾਂ ਠੀਕ ਕਰੀਏ। ਆ ਵੀ ਜਾਓਗੇ ਤੁਸੀਂ? ਵੇਖੀ ਜਾਊ ਪਰਚੇ ਕੱਟੇ ਜਾਣਗੇ ਹੋਰ ਪਰਚੇ ਕੀ। ਕੱਟੇ ਜਾਣਗੇ। ਪਿੱਛੇ ਜੇ ਆਏ ਵੀ ਇੱਕ ਵੀਡੀਓ ਕਹਿੰਦੇ ਸੀ ਵੀ ਮਰਾਂਗੇ ਵੀ ਜੇ ਲੋੜ ਪਈ। ਬਸ ਹਾਂਜੀ। ਅਸੀਂ ਤਾਂ ਮਰੇ ਹੀ ਅੱਗੇ ਹੀ। ਦੇਖੋ ਸਾਡੇ ਨਾਲ ਅੱਜ ਜਿਹੜੀ ਸਰਪੰਚ ਹੈਗੀ ਚੰਡੀਗੜ੍ਹ ਤੋਂ ਹੋਣ ਵਾਲੀ ਸਿੱਧੂ ਇਹ ਸਾਹਿਬ ਕੀ ਕਹਿੰਦੀ ਆ? ਪਹਿਲਾਂ ਗੱਲ ਕਰਨੀ। ਅੱਜ ਸਾਡੇ ਨਾਲ ਇੱਥੇ ਅਸੀਂ ਸੇਖੇਵਾਲ ਪਿੰਡ ਦੇ ਵਿੱਚ ਖੜੇ ਆ। ਸਾਡੇ ਨਾਲ ਮੌਜੂਦ ਨੇ ਬੁੱਧੀਜੀਵੀ ਇੰਟੈਲੈਕਚੁਅਲ ਪੱਤਰਕਾਰ ਕੋਈ ਹੋਰ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਤੋਂ ਜਨਰਲ ਸਕੱਤਰ ਸਰਦਾਰ ਖੁਸ਼ਹਾਲ ਸਿੰਘ ਜੀ ਨੇ। ਇੱਧਰ ਮੇਜਰ ਸਿੰਘ ਜੀ ਨੇ। ਕਿਹੜੀ ਸੰਸਥਾ ਤੋਂ ਜੀ ਤੁਸੀਂ? ਗਿਆਨ ਪ੍ਰਕਾਸ਼ ਸੰਸਥਾ ਤੋਂ। ਮੇਜਰ ਸਿੰਘ ਲੁਧਿਆਣੇ ਤੋਂ ਨੇ। ਇਹ ਪ੍ਰੋਫੈਸਰ ਸ਼ਾਮ ਸਿੰਘ ਜੀ ਨੇ ਜਿਹੜੇ ਕਿ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਨੇ। ਇੱਧਰ ਗੁਰਪਾਲ ਸਿੰਘ ਇੰਜੀਨੀਅਰ ਗੁਰਪਾਲ ਸਿੰਘ ਸਿੱਧੂ ਖੜੇ ਨੇ ਸਾਡੇ ਨਾਲ ਜਿਹੜੇ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਾਈਸ ਪ੍ਰੈਜ਼ੀਡੈਂਟ ਨੇ। ਇੱਧਰ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਖੜੇ ਨੇ ਜੀ। ਮੈਂ ਲੇਖਕ ਰਾਜਵਿੰਦਰ ਸਿੰਘ ਰਾਹੀ। ਸਾਡੇ ਨਾਲ ਸੀਨੀਅਰ ਪੱਤਰਕਾਰ ਸੀਨੀਅਰ ਡਾਕਟਰ ਪੈਰਲ ਗਰਗ ਜੀ ਖੜੇ ਨੇ ਜੀ। ਤੇ ਆਪਣੇ ਪੰਜਾਬੀ ਟ੍ਰਿਬਿਊਨ ਦੇ ਉਧਰ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਬ ਐਡੀਟਰ ਸਰਦਾਰ ਹਮੀਰ ਸਿੰਘ ਜੀ ਵੀ ਸਾਡੇ ਨਾਲ ਆਏ ਹੋਏ ਨੇ ਜੀ। ਇਹ ਸਰਦਾਰ ਸਾਹਿਬ ਜੀ ਅਮਰਪਾਲ ਸਿੰਘ ਜੀ ਯੂਨਾਈਟਿਡ ਸਿੱਖ ਸੰਸਥਾ ਤੋਂ ਅੱਜ। ਹਾਂਜੀ। ਮੇਰੇ ਨਾਲ ਕੈਪਟਨ ਸਾਹਿਬ ਆਏ ਨੇ ਲੁਧਿਆਣੇ ਤੋਂ ਜੀ। ਕੈਪਟਨ ਕੁਲਵੰਤ ਸਿੰਘ ਜੀ ਲੁਧਿਆਣੇ ਤੋਂ ਆਏ ਨੇ। ਇਹ ਪ੍ਰੋਫੈਸਰ ਹਰਪਾਲ ਸਿੰਘ ਜੀ ਨੇ ਚੰਡੀਗੜ੍ਹ ਸਾਹਿਬ ਤੋਂ ਇਹ ਵੀ ਆਏ ਹੋਏ ਨੇ। ਸੋ ਅਸੀਂ ਸਾਰੇ ਅੱਜ ਇਹਨਾਂ ਦਾ ਜਿਹੜਾ ਮਸਲਾ ਸੁਣਨ ਲਈ ਆਏ ਆ। ਸਾਨੂੰ ਵੀ ਲੱਗਿਆ ਕੋਲੋਂ ਦਰਿਆਫਤ ਕਰਕੇ ਪਿੰਡ ਵਾਲੇ ਗੱਲਾਂ ਨਾ ਕਰਕੇ ਵੀ ਜੋ ਸਰਕਾਰ ਕਰ ਰਹੀ ਆ ਇਹ ਗਰੀਬ ਮੁਜ਼ਾਰਿਆਂ ਨਾਲ ਗਰੀਬ ਪਰਿਵਾਰਾਂ ਨਾਲ ਦਲਿਤ ਪਰਿਵਾਰ ਆ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਜ਼ਮੀਨਾਂ ਬਾਹਰ ਰਹੇ ਨੇ ਉਹਨਾਂ ਨੂੰ ਨਜਾਇਜ਼ ਧੱਕਾ ਹੋ ਰਿਹਾ ਹੈਗਾ। ਸਰਕਾਰ ਵਿਕਾਸ ਦੇ ਨਾਂ 'ਤੇ ਬਹੁਤ ਕੰਪਨੀਆਂ ਨੂੰ ਜ਼ਮੀਨ ਦੇਣਾ ਚਾਹੁੰਦੀ ਆ। ਇਹ ਪਹਿਲਾਂ ਗਲਾਡਾ ਲੁਧਿਆਣੇ ਨੇ ਲੈ ਲਈ। ਲੁਧਿਆਣਾ ਡਿਵੈਲਪਮੈਂਟ ਅਥਾਰਟੀ ਆ। ਹੁਣ ਉਹ ਕਹਾਂ ਬਹੁਤ ਕੰਪਨੀ ਜਿਹੜਾ ਬਾਨੀਆਂ ਡਾਨੀਆਂ ਤੋਂ ਉਹਨੂੰ ਵੇਚਣੀ ਆ। ਸੋ ਜਿਹੜਾ ਕੋਈ ਪੈਸਾ ਵੀ ਪਤਾ ਲੱਗਾ ਸਾਨੂੰ ਵੀ ਪੈਸਾ ਸਿਰਫ ਇਹਨਾਂ ਦੇ ਖਾਤੇ ਪਾਇਆ ਉਹ ਪਾਇਆ ਪੰਚਾਇਤ ਦੇ ਖਾਤੇ। ਆਹ ਦੇਖੋ ਪੰਚਾਇਤ ਦੇ ਫੰਡ ਜਿਹੜੇ ਪਾਏ ਆ ਉਹ ਕੱਢ ਕੇ ਵੀ ਤਾਂ ਕਿ ਕਰੋੜਾਂ ਰੁਪਇਆ ਖਰਚਾ ਦਿਖਾਇਆ ਜਾ ਸਕੇ। ਆ ਪੈਰ ਤੇ ਫੁੱਟ ਤੇ ਸਟਰੀਟ ਲਾਈਟਾਂ ਲਾਈਆਂ ਜਾ ਰਹੀਆਂ। ਆ ਇੰਟਰਲੋਕ ਲਾਈ ਜਾ ਰਹੀ ਆ। ਉਹ ਪੰਚਾਇਤ ਦੇ ਫੰਡ ਚੋਂ ਚੋਰਾਂ ਦਾ ਮਾਲ ਡਾਂਗਾ ਦਾ ਗੱਜ ਸਰਕਾਰ ਉਹੀ ਜ਼ਮੀਨ ਦਾ ਪੈਸਾ ਇੱਥੇ ਸਾਰੇ ਪੈਰ ਤੇ ਲਾਈਟਾਂ ਲਾ ਕੇ ਹੋਰ ਖਰਚਾ ਦਿਖਾਉਣਾ ਚਾਹੁੰਦੇ ਵੀ ਅਸੀਂ ਜੀ ਇਹ ਜ਼ਮੀਨ ਦੇ ਵਿੱਚੋਂ ਕਰੋੜਾਂ ਰੁਪਏ ਖਰਚਤੇ ਲੋਕਾਂ ਦੇ ਵਿਕਾਸ ਦੀ ਖਾਤਰ ਖਰਚਤੇ। ਉਹ ਵਿਕਾਸ ਦਿਖਾਉਣਾ ਚਾਹੁੰਦੇ ਆ ਜਦ ਕਿ ਕਰਤਨ ਦਾ ਵਿਨਾਸ਼ ਇੱਟਾਂ ਲਾ ਕੇ ਲਾਈਟਾਂ ਲਾ ਕੇ
ਉਹ ਵਿਕਾਸ ਦਿਖਾਉਣਾ ਚਾਹੁੰਦਾ ਸੀ, ਇਹਦਾ ਵਿਕਾਸ ਕਰਤਾ ਜੀ, ਰੋਜੀ ਰੋਟੀਆਂ ਦੀ ਖੋਹ ਲਈ। ਸੋ ਸਾਡਾ ਇੱਥੇ ਇੱਕ ਅਪੀਲ ਆ ਵੀ ਜਿੰਨੇ ਵੀ ਕੋਈ ਇਨਸਾਫ ਪਸੰਦ ਲੋਕ ਨੇ, ਹਰ ਵਰਗ ਇਹਦਾ ਨਾਲ ਖੜਨਾ ਚਾਹੀਦਾ। ਅੱਛਾ, ਇਹਨਾਂ ਨੂੰ ਕੋਈ ਹਾਂਜੀ ਸ਼ਡਿਊਲਡ ਕਾਸਟ ਕਮਿਸ਼ਨ ਤੋਂ ਹਾਂਜੀ ਸ਼ਡਿਊਲਡ ਕਾਸਟ ਕਮਿਸ਼ਨ ਆਇਆ ਜੀ ਕੋਈ ਇੱਥੇ, ਫਰਿਆਦ ਨਹੀਂ ਕੀਤੀ? ਉਹਦੇ ਕੋਲ ਫਰਿਆਦ ਕੀਤੀ ਤੁਸੀਂ? ਸ਼ਡਿਊਲਡ ਕਾਸਟ ਕਮਿਸ਼ਨ ਕੋਲ ਫਰਿਆਦ ਨਹੀਂ ਕੀਤੀ? ਹਾਂਜੀ ਫਰਿਆਦ ਅਸੀਂ ਕਈ ਸਾਈ ਕੀਤੀ ਜੀ, ਸਾਡੀ ਨਹੀਂ ਸੁਣੀ ਗਈ। ਹਾਂਜੀ ਨਾਲੇ ਇੱਕ ਹੋਰ ਉੱਥੇ ਜਾਓ ਜੀ, ਹਾਂਜੀ ਉੱਥੇ ਪੰਜਾਬ ਸਟੇਟ ਦਾ ਕਮਿਸ਼ਨ ਵੀ ਹੈਗਾ। ਹੋਰ ਹੈ ਇੱਕ ਮਿੰਟ ਡਾਕਟਰ ਸਾਹਿਬ ਗੱਲ ਕਰ। ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਕਰੀ ਪੰਚਾਇਤ ਨੂੰ ਪੈਸੇ ਦੇਣ ਦੇ ਨਾਲ ਨਾਲ ਲੋਕਾਂ ਨੂੰ ਜਿਨ੍ਹਾਂ ਨੇ ਠੇਕੇ 'ਚੋਂ ਜ਼ਮੀਨ ਲਈ ਹੋਈ ਸੀ ਜਾਂ ਵਾਹ ਰਹੇ ਸੀ ਕਿੰਨੀ ਦੇਰ ਤੋਂ, ਉਹਨਾਂ ਨੂੰ ਵੀ ਮੁਆਵਜ਼ਾ ਤਾਂ ਤਕਰੀਬਨ 9.5 ਲੱਖ ਰੁਪਇਆ ਪ੍ਰਤੀ ਕਿੱਲਾ, ਜਿੰਨੇ ਕਿੱਲੇ 2 ਕਿੱਲੇ ਕਿਸੇ ਕੋਲ 3 ਕਿੱਲੇ, ਹਰੇਕ ਪਰਿਵਾਰ ਨੂੰ, ਕਿਉਂਕਿ ਪਰਿਵਾਰ ਉਹਦੇ ਤੇ ਕੱਢੀ ਪੰਚਾਇਤ ਨਹੀਂ ਜੀ ਰਹੀ, ਪੂਰੇ ਪਰਿਵਾਰ ਜੀ ਰਹੇ ਨੇ। ਇੱਥੇ ਉਹ ਲਾਗੂ ਵੀ ਨਹੀਂ ਕਰਿਆ। ਸੋ ਇਸ ਕਰਕੇ ਇਹ ਵਿਤਕਰੇਬਾਜ਼ੀ ਵੀ ਹੈ, ਕਿਉਂਕਿ ਦਰਿਆ ਦੇ ਕੰਢੇ ਬੈਠੇ ਨੇ, ਇਹਨਾਂ ਨੂੰ ਕਿਸੇ ਨੇ ਸੁਣਨਾ ਨਹੀਂ, ਸਾਰੇ ਦਲਤ ਨੇ, ਇਸ ਕਰਕੇ ਵੀ ਇਹਨਾਂ ਨੂੰ ਜੋ ਮਰਜ਼ੀ ਕਰ ਲਓ। ਜਦ ਕਿ ਕਾਨੂੰਨ ਘੱਟੋ ਘੱਟ ਸਾਡਾ ਦੇਸ਼ ਦਾ ਕਾਨੂੰਨ ਇਹ ਤਾਂ ਕਹਿੰਦਾ ਹੀ ਆ ਨਾ, ਸੰਵਿਧਾਨ ਕਹਿੰਦਾ ਹੈ ਵੀ ਤੁਸੀਂ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ। ਜੇ ਤੁਸੀਂ ਕਿਤੇ ਸ਼ਾਨਦਾਰ ਜ਼ਮੀਨ ਅਕਵਾਇਰ ਕਰਦੇ ਹੋ ਤਾਂ ਉਹਦਾ ਨਿਯਮ ਇੱਕੋ ਰੱਖੋ। ਇਸ ਤੋਂ ਅੱਗੇ ਇੱਕ ਹੋਰ ਹੈ, ਜਦ ਵੀ ਕਿਤੇ ਜ਼ਮੀਨ ਅਕਵਾਇਰ ਹੁੰਦੀ ਹੈ ਉਹਦੇ 'ਚ ਫੈਸਲੇ ਹੋਏ ਨੇ ਕਿ ਤੁਸੀਂ ਦੇਖਣਾ ਉਹਨੂੰ ਇੰਪੈਕਟ ਸਟੱਡੀ, ਹਾਂਜੀ ਕਿ ਉਹਦਾ ਆਲੇ ਦੁਆਲੇ ਅਸਰ ਕੀ ਪਊ ਲੋਕਾਂ ਤੇ। ਜਿਹੜੇ ਉੱਥੇ ਮੰਨ ਲਓ ਜਿਨ੍ਹਾਂ ਕੋਲ ਜ਼ਮੀਨ ਆਪਦੇ ਨਾਂ ਤੇ ਹੈ, ਇਹਨਾਂ 'ਚੋਂ ਕੁਝ ਬੰਦੇ 10 ਬੰਦੇ ਉਹ ਹੋਣ ਪਰਿਵਾਰ ਜਿਨ੍ਹਾਂ ਨੇ ਕੋਈ ਠੇਕੇ ਤੇ ਲਈ ਵੀ ਨਾ ਹੋਵੇ, ਮੰਨ ਲਓ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ, ਕਿਉਂਕਿ ਉੱਥੇ ਹੀ ਮੰਨਦੇ। ਸੋ ਉਹਨਾਂ ਨੇ ਆਖਿਆ ਹੈ ਵੀ ਇੱਕ ਤਾਂ ਆਲੇ ਦੁਆਲੇ ਦੇ ਵਾਤਾਵਰਨ ਤੇ ਕੀ ਅਸਰ ਪਏਗਾ, ਇੱਕ ਜਿਹੜੇ ਉੱਥੇ ਲੋਕ ਰਹਿੰਦੇ ਨੇ ਜਾਂ ਉੱਥੇ ਆ ਕੇ ਕੋਈ ਖਾਰੀ ਵਾਲਾ ਆਉਂਦਾ, ਕੋਈ ਹੋਰ ਆਉਂਦਾ, ਉਹਨਾਂ ਦੇ ਉੱਤੇ ਕੀ ਅਸਰ ਪੈਂਦਾ। ਉਹਨਾਂ ਦਾ ਅਰਥਚਾਰਾ ਵੀ ਉਹਦੇ ਤੇ ਜੁੜਦਾ ਹੋਇਆ। ਕੋਈ ਦੁਕਾਨਦਾਰ ਹੈ, ਕੋਈ ਛੋਟਾ ਮੋਟਾ ਕੋਈ ਜੁੱਤੀਆਂ ਉਗਾਉਂਦਾ, ਕੋਈ ਕੰਮ ਕਰਦਾ, ਪਸ਼ੂ ਨੇ ਉੱਥੇ, ਕੋਈ ਪਸ਼ੂ ਪਾਲਦਾ, ਜ਼ਮੀਨ ਉਹਦੇ ਕੋਲ ਹੈ ਨਹੀਂ। ਸੋ ਇਸ ਕਰਕੇ ਉਹ ਜਿਹੜੀ ਇੰਪੈਕਟ ਸਟੱਡੀ ਆ ਉਹਦੇ ਮੁਤਾਬਕ, ਇੱਕ ਤਾਂ ਜੇ ਤਾਂ ਉਹ এনवायरमेंट ਨੂੰ ਖਰਾਬ ਕਰਦੀ ਹੋਵੇ ਫਿਰ ਤਾਂ ਲੈਣੀ ਵੀ ਨਹੀਂ, ਜੇ ਉਹ এনवायरमेंट ਨੂੰ ਨਹੀਂ ਵੀ ਖਰਾਬ ਕਰਦੀ ਤਾਂ ਵੀ ਜਿਹੜੇ ਲੋਕਾਂ ਉਹਦੇ ਉੱਤੇ ਗੁਜ਼ਰ ਬਸਰ ਕਰਦੇ ਨੇ, ਚਾਹੇ ਉਹਨਾਂ ਦੀ ਮਲਕੀਅਤ ਨਹੀਂ ਵੀ ਹੈ, ਉਹਨਾਂ ਦੀ ਗੁਜ਼ਰ ਬਸਰ ਦਾ ਇੱਕ ਵਿਕਲਪਿਤ ਪ੍ਰਬੰਧ ਕਰਨਾ ਹੈ, ਉਹ ਇੱਥੇ ਹੋ ਵੀ ਨਹੀਂ ਕਰਿਆ। ਇਸ ਕਰਕੇ ਸਾਰਾ ਹੀ ਜਿਹੜਾ ਨਜਾਇਜ਼ ਹੋਇਆ। ਬਿਲਕੁਲ। ਮੇਰਾ ਨਾਮ ਬਿਕਰਮਜੀਤ ਸਿੰਘ ਹੈ ਜੀ, ਮੈਂ ਪੰਚਾਇਤ ਮੈਂਬਰ ਹਾਂ ਜੀ। ਵੈਸੇ ਮੇਰੇ ਘਰ ਵਾਲੀ ਆ ਪੰਚਾਇਤ ਮੈਂਬਰ ਜੀ। ਹਾਂਜੀ, ਪਿੰਡ ਸੇਖੋਵਾਲ ਦਾ ਵਸਨੀਕ ਆ ਜੀ। ਹਾਂਜੀ, ਜਿਹੜੀ ਆਹ ਰਜਿਸਟਰੀ ਕਰਾਈ ਆ ਜੀ ਪੰਚਾਇਤ ਨੇ ਗਲਾਡਾ ਕੰਪਨੀ ਨੂੰ, ਇਹ ਰਜਿਸਟਰੀ ਕਰਾਈ ਆ ਜੀ 7:08 ਮਿੰਟ ਤੇ 35 ਸਕਿੰਟ ਤੇ ਕਰਾਈ ਆ ਜੀ। ਜਦ ਕਿ ਇਹ ਜਦੋਂ ਅਸੀਂ ਆਮ ਸਰਕਾਰੀ ਦਫ਼ਤਰਾਂ 'ਚ ਜਾਂਦੇ ਆ, ਸਾਨੂੰ ਦਿਨੇ ਵੀ ਅਫਸਰ ਨਹੀਂ ਲੱਭਦੇ ਕੰਮ ਕਰਨ ਨੂੰ। ਇਹ ਸਰਕਾਰ ਵਾਸਤੇ ਦੇਖੋ, ਰਜਿਸਟਰੀਆਂ ਗਲਾਡਾ ਕੰਪਨੀ ਵਾਸਤੇ ਰਾਤ ਨੂੰ ਵੀ ਅਫਸਰ ਉੱਥੇ ਮੌਜੂਦ ਸੀਗੇ। ਕੀ ਇਹ ਸਰਕਾਰ ਲਈ ਕਾਨੂੰਨ ਨਹੀਂ ਲਾਗੂ? ਆਮ ਲੋਕਾਂ ਲਈ ਕਾਨੂੰਨ ਲਾਗੂ ਆ, ਸਰਕਾਰ ਵਾਸਤੇ ਨਹੀਂ ਲਾਗੂ। ਫਿਰ ਜਿਹੜਾ ਦਖਲ ਪਾਉਂਦੇ ਆ, ਇਹ ਦਖਲ ਪਾਉਂਦੇ ਆ, ਇਹ ਦਖਲ ਆਪਣੇ ਦੂਏ ਤੀਏ ਦਿਨ ਦਖਲ ਪਾ ਦਿੰਦੇ ਆ ਜੀ। ਰਜਿਸਟਰੀ ਦਾ ਸਮਾਂ ਸੀਗਾ ਮੰਗਲਵਾਰ ਜਾਂ ਵੀਰਵਾਰ, ਇਹਨਾਂ ਨੇ ਰਜਿਸਟਰੀ ਕਰਾਈ ਆ ਜੀ ਸੋਮਵਾਰ ਨੂੰ। ਠੀਕ ਹੈ ਜੀ, ਇਹ ਜਾਲੀ ਰਜਿਸਟਰੀ ਆ। ਇਹ ਰਜਿਸਟਰੀ ਰੱਦ ਹੋਣੀ ਚਾਹੀਦੀ ਆ। ਜਿਹੜੀ ਗਰੀਬਾਂ ਦੀ ਜ਼ਮੀਨ ਆ, ਇਹਨਾਂ ਨੂੰ ਗਰੀਬਾਂ ਨੂੰ ਹੀ ਮਿਲਣੀ ਚਾਹੀਦੀ ਆ, ਨਾ ਕਿ ਇੱਥੇ ਗਲਾਡਾ ਕੰਪਨੀ ਦਾ ਕੋਈ ਹੈਗਾ ਆ ਤੇ ਨਾ ਇਹਨਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਆ। ਇਹ ਗਲਾਡਾ ਕੰਪਨੀ ਦਾ ਜਿਹੜਾ ਪੈਸਾ ਹੈ ਆਪਣਾ ਵਾਪਸ ਲੈ ਜਾਣ। ਇੱਕ ਗਲਾਡਾ ਕੰਪਨੀ ਨਹੀਂ ਹੈ, ਇਹ ਸਰਕਾਰੀ ਮਹਿਕਮਾ। ਹਾਂਜੀ, ਸਰਕਾਰੀ ਮਹਿਕਮਾ ਜੀ ਇਹ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਜੇ ਆਪਾਂ ਕਹੀਏ ਵੀ ਇੰਡਸਟਰੀ ਇਹਨਾਂ ਨੇ ਲਾਉਣੀਆਂ, ਇੰਡਸਟਰੀਆਂ ਤਾਂ ਪਹਿਲਾਂ ਹੀ ਸਰਕਾਰ ਨੇ ਬਹੁਤ ਬੰਦ ਕਰਤੀਆਂ। ਲੁਧਿਆਣਾ ਦੇਖ ਲਓ, ਸਾਰਾ ਬੰਦ ਪਿਆ ਆ। ਹੋਰ ਇਹਨਾਂ ਦੇ ਆਪਣੇ ਖਾਸੇ ਹੈਗੇ ਨੇ, ਅੰਮ੍ਰਿਤਸਰ ਵੀ ਸਾਰਾ ਇੰਡਸਟਰੀ ਬੰਦ ਪਈ ਆ। ਹਾਂਜੀ, ਬਰਬਾਦ ਹੋਈ ਪਈ ਆ। ਇੰਡਸਟਰੀਆਂ ਤਾਂ ਪਹਿਲੀਆਂ ਸਰਕਾਰ ਤੋਂ ਚੱਲਦੀਆਂ ਨਹੀਂ, ਇਹ ਨਵੀਆਂ ਜ਼ਮੀਨਾਂ ਹੜੱਪ ਕਰਨ ਦਾ ਇਹਨਾਂ ਨੇ ਇੱਕ ਤਰੀਕਾ ਬਣਾਇਆ ਹੋਇਆ ਆ। ਹੋਰ ਇੰਡਸਟਰੀ ਕੋਈ ਨਹੀਂ ਲੱਗਣੀ। ਸਾਹਮਣੇ ਸਾਡੇ ਸਤਲੁਜ ਦਰਿਆ ਆ, ਇਹਦਾ ਪਾਣੀ ਗੰਦਲਾ ਕਰਨਗੇ ਜੇ ਇੰਡਸਟਰੀ ਲੱਗਦੀ ਆ, ਤੇ ਆਲੇ ਦੁਆਲੇ ਦੇ ਜੰਗਲ ਵਾਤਾਵਰਨ ਨੂੰ ਖਰਾਬ ਕਰਨ ਦਾ ਇਹਨਾਂ ਨੇ ਤਰੀਕਾ ਬਣਾਇਆ ਹੋਇਆ ਜੀ। ਇਹ ਸਿਰਫ ਇੱਕ ਜ਼ਮੀਨ ਹੜੱਪਣ ਲਈ ਇਹਨਾਂ ਨੇ ਇਹ ਕੁਛ ਕੀਤਾ। ਇਹਨਾਂ ਨੂੰ ਪਤਾ ਕਾਂਗਰਸ ਨੂੰ ਵੀ ਗਾਹਾਂ ਸਾਡੀ ਸਰਕਾਰ ਨਹੀਂ ਆਉਣੀ, ਜਾਂਦੇ ਜਾਂਦੇ ਅਸੀਂ ਮੋਰਚਾ ਮਾਰ ਜਾਈਏ। ਬਾਦਲਾਂ ਦਾ ਵੀ ਇਹੋ ਕੰਮ ਰਿਹਾ ਹੈ, ਕੈਪਟਨ ਸਰਕਾਰ ਦਾ ਵੀ ਇਹੋ ਕੰਮ ਰਿਹਾ। ਸਾਹਮਣੇ ਧਨਾਣਸੂ 'ਚ ਜ਼ਮੀਨ ਰਿਕਵਾਇਰ ਹੋਈ ਆ, ਅੱਜ 10-12 ਸਾਲ ਹੋ ਗਏ, ਉੱਥੇ ਇੱਕ ਵੀ ਪ੍ਰੋਜੈਕਟ ਨਹੀਂ ਹਜੇ ਤੱਕ ਲੱਗਿਆ। ਸਿਰਫ ਕੰਧਾਂ ਕੀਤੀਆਂ, 10 ਸਾਲ ਹੋ ਗਏ ਜ਼ਮੀਨ ਖਰਾਬ ਕੀਤੀ ਨੂੰ। ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਦੇ ਪੁੱਤ ਆ, ਦੂਜੇ ਪਾਸੇ ਕਿਸਾਨਾਂ ਨੂੰ ਲੁੱਟਣ ਦੇ ਇਹਨਾਂ ਨੇ ਜਰੀਏ ਬਣਾਏ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵੀ ਜੋ ਵੀ ਇੱਥੇ ਜਥੇਬੰਦੀਆਂ ਆਈਆਂ ਨੇ, ਪੱਤਰਕਾਰ ਭਰਾ ਆਏ ਨੇ, ਹੋਰ ਬੁੱਧੀਜੀਵੀ ਆਏ ਨੇ ਲੋਕ, ਉਹ ਸਾਰੇ ਅਸੀਂ ਗਰੀਬ ਪਰਿਵਾਰਾਂ ਨਾਲ ਖੜੇ ਆ। ਸਾਰੇ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਅਸੀਂ ਉਹਨੂੰ ਵੀ ਅਪੀਲ ਕਰਦੇ ਆ ਵੀ ਅੱਜ ਮੌਕਾ
ਭਾਵੇਂ ਆਪਣੇ ਕਿਸਾਨੀ ਨੇ ਮੋਰਚਾ ਲਾਇਆ ਹੋਇਆ ਹੈਗਾ ਦਿੱਲੀ ਦੇ ਵਿੱਚ, ਉਹ ਅੱਗੋਂ ਨੂੰ ਵੀ ਅਸੀਂ ਅਪੀਲ ਕਰਦੇ ਆ ਉਹਨੂੰ ਘੱਟੋ ਘੱਟ ਇੱਕ ਮੈਂਬਰ ਭੇਜ ਕੇ, ਪਰ ਨੁਮਾਇੰਦਾ ਭੇਜ ਕੇ ਇਹਨਾਂ ਨਾਲ ਖੜਨਾ ਚਾਹੀਦਾ ਗਰੀਬਾਂ ਨਾਲ ਇਸ ਵਕਤ। ਉਹ ਜੇ ਅਬਾਨੀਆਂ ਅਡਾਨੀ ਨੂੰ ਰੋਕਣ ਦੀ ਗੱਲ ਕਰਦੇ, ਇਹ ਇਨਡਾਇਰੈਕਟ ਢੰਗ ਨਾਲ ਅਬਾਨੀ ਅਡਾਨੀ ਦਾਖਲ ਹੋ ਰਹੇ ਨੇ, ਜਿਹਨੂੰ ਕੈਪਟਨ ਅਮਰਿੰਦਰ ਸਿੰਘ ਦਾਖਲ ਕਰ ਰਿਹਾ ਗਲਾਡਾ ਰਾਹੀਂ ਜਾਂ ਹੋਰ ਸਾਰਾ ਕੁਛ ਆ। ਸੋ ਅਸੀਂ ਇਹ SC ST ਕਮਿਸ਼ਨ ਜਿਹੜਾ ਨੈਸ਼ਨਲ ਕਮਿਸ਼ਨ ਆ ਉਹਨੂੰ ਵੀ ਅਪੀਲ ਕਰਦੇ ਆ ਵੀ ਉਹਦੇ ਜਿਹੜੇ ਮਤਲਬ ਸੂਬਾਈ ਕਮਿਸ਼ਨ ਨੂੰ ਵੀ, ਰਾਜਕੁਮਾਰ ਬੇਰਕਾ ਜੀ ਨੂੰ ਵੀ, ਗਿਆਨਚੰਦ ਜੀ ਨੂੰ ਵੀ, ਹੋਰਾਂ ਨੂੰ ਵੀ ਅਪੀਲ ਕਰਦੇ ਆ, ਬੇਨਤੀ ਕਰਦੇ ਆ ਵੀ ਜਿੰਨੀ ਜਲਦੀ ਤੋਂ ਜਲਦੀ ਉਹ ਆਪਣੀਆਂ ਟੀਮਾਂ ਇੱਥੇ ਲੈ ਕੇ ਆਉਣ, ਇਹਨਾਂ ਗਰੀਬਾਂ ਦਾ ਹਾਲ ਚਾਲ ਪੁੱਛਣ। ਜੋ ਇਹਦਾ ਉਜਾੜਾ ਹੋ ਰਿਹਾ ਤੁਰਤ ਪੈਰੇ ਰੋਕਣਾ ਚਾਹੀਦਾ। ਅਸੀਂ ਗ੍ਰੀਨ ਟ੍ਰਿਬਿਊਨਲ ਨੂੰ ਵੀ ਅਪੀਲ ਕਰਦੇ ਆ ਵੀ ਗ੍ਰੀਨ ਟ੍ਰਿਬਿਊਨਲ ਨੂੰ ਵੀ ਇਹ ਗਰੀਬਾਂ ਦਾ ਉਜਾੜਾ, ਇਹ ਵਾਤਾਵਰਨ ਦਾ ਉਜਾੜਾ, ਇਹ ਸਤਲੁਜ ਜਿਹੜਾ ਪਾਣੀ ਪੋਲਿਊਟ ਕਰਨ ਦਾ ਯੋਜਨਾ ਬਣਾਈ ਜਾ ਰਹੀ ਆ, ਇਹਨੂੰ ਰੋਕਣ ਦੀ ਖਾਤਰ ਗ੍ਰੀਨ ਟ੍ਰਿਬਿਊਨਲ ਵੀ ਆਪਣੀ ਇੱਥੇ ਟੀਮ ਭੇਜੇ। ਤੇ ਹੋਰ ਜੋ ਪੰਜਾਬ ਦੇ ਵਿੱਚ ਸਮਾਜ ਪੋਲੂਸ਼ਨ ਬੋਰਡ ਵੀ, ਜੋ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਧਾਰਮਿਕ ਮਹਾਂਪੁਰਸ਼ ਨੇ, ਜਿਹੜੇ ਕਹਿੰਦੇ ਸੀ ਨਤਾਣਾ ਦਾ ਤਾਣ, ਨਮਾਣਾ ਦਾ ਨਮਾਣ, ਜਿਵੇਂ ਸਿੱਖੀ ਗੱਲ ਕਰਦੀ ਆ, ਹੁਣ ਨਮਾਣੇ ਵੀ ਆ, ਨਤਾਣੇ ਵੀ ਆ, ਨਤਿਰੇ ਵੀ ਨੇ, ਇਹਨਾਂ ਨਾਲ ਖੜਨ ਦਾ ਹੁਣ ਵਕਤ ਆ ਗਿਆ। ਉਹਨਾਂ ਨੂੰ ਅਸੀਂ ਬੇਨਤੀ ਕਰਦਾ ਵੀ ਹੁਣ ਵਕਤ ਆ ਖੜਨ ਦਾ, ਬਾਅਦ 'ਚ ਕੋਈ ਗੱਲ ਕਰਨ ਦਾ ਵੇਲਾ ਨਹੀਂਗਾ। ਜੋ ਉਹਨੂੰ ਸਰੇਆਮ ਪੁਲਿਸ ਦੇ ਜ਼ੋਰ ਤੇ, ਬੰਦੂਕਾਂ ਦੇ ਜ਼ੋਰ ਤੇ ਉਜਾੜਾ ਜਾ ਰਿਹਾ, ਉਹਨੂੰ ਰੋਕਣ ਦਾ ਸਾਡਾ ਫਰਜ਼ ਆ। ਸੋ ਮੈਂ ਬੇਨਤੀ ਕਰੂੰਗਾ ਵੀ ਸਾਰੇ ਇਕੱਠੇ ਹੋਵੋ, ਇੱਥੇ ਕੋਈ ਕਾਨਫਰੰਸ ਵੀ ਰੱਖੀ ਜਾਵੇ, ਕੋਈ ਐਕਸ਼ਨ ਕਮੇਟੀ ਲਿਖੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਸਾਰੇ ਜਿੰਨੇ ਵੀ ਹੈਗਾ ਕੋਈ ਤਾਲਮੇਲ ਆਪਣਾ ਆਪਸ ਵਿੱਚ ਕਰਕੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨਾਲ ਤਾਂ ਖੜਿਆ ਜਾਵੇ। ਆ ਸਾਡੇ ਨਾਲ ਲੁਧਿਆਣੇ ਤੋਂ ਜ਼ਮੀਨ ਅਸੀਂ ਐਲਾਨ ਕਰਦੇ ਹਾਂ, ਮੈਨੂੰ ਆਪਣੀ ਜ਼ਮੀਨ ਵਾਹੁਣੀ ਚਾਹੀਦੀ ਆ, ਮੁੜ ਕੇ ਆਪਣੀ ਜ਼ਮੀਨਾਂ 'ਤੇ ਕਬਜ਼ਾ ਕਰੋ, ਕੋਈ ਤੁਹਾਨੂੰ ਰੋਕੂਗਾ ਤਾਂ ਆਪ ਚਾਹੇ ਜਿੱਥੋਂ ਵੀ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ, ਲੋਕ ਤੁਹਾਡੇ ਨਾਲ ਆ, ਕੁਰਬਾਨੀਆਂ ਵੀ ਕਰੋ। ਇਹ ਕੁਰਬਾਨੀਆਂ ਕਰਨ ਤੋਂ ਬਾਅਦ ਹੀ ਗੱਲ ਗਾਹਾਂ ਚੱਲਦੀ ਹੁੰਦੀ ਆ, ਫਿਰ ਇਹ ਜੰਗਲ ਦੀ ਅੱਗ ਵਾਂਗੂ ਗੱਲ ਫੈਲਣੀ ਹੈ। ਜੋ ਤੁਹਾਡੇ ਬੱਚੇ ਹੀ ਨਾ, ਤੁਹਾਡੇ ਬੱਚਿਆਂ ਨੇ ਮੂੰਹੋਂ ਰੋਟ ਕੋਈ ਖੋਲੀ, ਫਿਰ ਤੁਸੀਂ ਜੋ ਕੇ ਕਰਨਾ ਵੀ ਕੀ ਆ। ਇਹਦਾ ਤੁਹਾਨੂੰ ਇਹੀ ਗੱਲ ਕਹਿੰਦੇ ਆ ਵੀ ਗੁਰੂ ਸਾਹਿਬ ਤੁਹਾਡੇ ਨਾਲ ਆ, ਗੁਰੂ ਸਾਹਿਬ ਨੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦੀ ਸਾਰੀ ਉਮਰ ਲੜਾਈ ਲੜੀ ਆ। ਜੇ ਗੁਰੂ ਦਾ ਸਿਧਾਂਤ ਹੀ ਇਹ ਸਾਨੂੰ ਮੰਗ ਕਰਦਾ ਵੀ ਇੱਥੇ ਜ਼ੁਲਮ ਦੇ ਖਿਲਾਫ ਜੋ ਸਾਨੂੰ ਉਜਾੜਾ ਜਾ ਰਿਹਾ ਉਹਦੇ ਸਟੈਂਡ ਲਓ, ਇਨਸਾਫ ਪਸੰਦ ਲੋਕ ਤੁਹਾਡੇ ਨਾਲ ਹੋਣਗੇ। ਅਸੀਂ ਆਪਣੇ ਜਥੇਬੰਦੀਆਂ ਵੱਲੋਂ ਹੋਰ ਸਾਰਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਅਸੀਂ ਜਿੱਥੇ ਵੀ ਤੁਹਾਡਾ ਕੋਈ ਮੌਕਾ ਆਇਆ ਸਾਨੂੰ ਫੋਨ ਕਰੋ, ਤੁਹਾਨੂੰ ਫੋਨ ਦੇ ਕੇ ਜਾਵਾਂਗੇ। ਅਸੀਂ ਤੁਹਾਡੇ ਨਾਲ ਖੜ੍ਹਾ, ਹੋਰਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਉਹ ਵੀ ਆਉਣ। ਹੁਣ ਗਰਗ ਸਾਹਿਬ ਗੱਲ ਕਰਨਗੇ। ਇਹ ਸਾਰੇ ਦਲਿਤ ਪਰਿਵਾਰ ਨੇ, ਸਰਪੰਚ ਜਿਹੜੀ ਹੈ ਉਹ ਨਿਰੱਖਰ ਹੈ, ਅਨਪੜ੍ਹ ਹੈ, ਉਹਨੂੰ ਬਣਾ ਕੇ ਬੜੇ ਪੜ੍ਹੇ ਲਿਖੇ ਬੰਦੇ ਵੀ ਜਦ 10 ਅਫਸਰ ਬਹਿ ਜਾਣ ਉਦੋਂ ਭੁਲੇਖੇ 'ਚ ਪੈ ਜਾਂਦੇ ਨੇ, ਉਹਨਾਂ ਦੇ ਪ੍ਰਭਾਵ ਥੱਲੇ ਆ ਜਾਂਦੇ ਨੇ। ਇੱਕ ਵਿਚਾਰੀ ਸਰਪੰਚ ਜਾਂ 4 ਪਿੰਡ ਦੇ ਲੋਕ ਕੀ ਕਰ ਸਕਦੇ ਨੇ, ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਉਹਨਾਂ ਦੀ ਗੱਲ ਨੂੰ ਮੰਨਣਾ। ਪਰ ਆਹ ਰਜਿਸਟਰੀ ਜਿਹੜੀ ਰਾਤ ਨੂੰ ਹੋਈ ਹੈ ਇਹ ਸਾਬਤ ਕਰਦੀ ਹੈ ਕਿ ਜਿਹੜੇ ਅਧਿਕਾਰੀਆਂ ਨੇ ਰਜਿਸਟਰੀ ਕਰੀ ਹੈ ਉਹਨਾਂ ਨੇ ਕਾਨੂੰਨ ਨੂੰ ਵਾਇਲੇਟ ਕਰਿਆ, ਅੰਦਰ ਵੜ ਕੇ ਕਰੀ ਹੈ ਸਾਰੀ, ਇਹ ਰਾਤ ਦੇ ਹਨੇਰੇ 'ਚ ਕਰੀ ਹੈ। ਦੂਜੀ ਗੱਲ, ਜਿਹੜਾ 78 ਕਰੋੜ ਰੁਪਇਆ ਕਹਿੰਦੇ ਪੰਚਾਇਤ ਨੂੰ ਭੇਜਿਆ, ਆਹ ਸਾਰੀ ਵੀਡੀਓਗ੍ਰਾਫੀ ਕਰ ਲੈਣੀ ਚਾਹੀਦੀ ਤੁਸੀਂ ਆ ਜਿਹੜੇ ਕਰ ਰਹੇ ਨੇ ਕਿ ਇੰਨੇ ਨੇੜੇ ਸਟਰੀਟ ਲਾਈਟਾਂ ਲਾ ਕੇ ਪੈਸਾ ਵੇਸਟ ਕਰਿਆ ਹੈ। ਜਿਨ੍ਹਾਂ ਨੇ ਆਹ ਜਿਹੜੀ ਸੜਕ ਹੈ ਇਹ ਸਰਕਾਰੀ ਸੜਕ ਹੈ, ਪਿੰਡ ਦੀ ਨਹੀਂ, ਇਹਦੇ ਤਾਂ ਪੇਪਰ ਬਲਾਕ ਲਗਾਏ ਨੇ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਕਿਹੜੇ ਅਫਸਰ ਨੇ ਜਿਹੜੇ ਪੈਸਾ ਖਾ ਗਏ, ਕਿਹਨਾਂ ਨੇ ਲਾਈ ਹੈ, ਕਿਉਂ ਨਹੀਂ ਇੱਥੇ ਸੜਕ ਉੱਦਾਂ ਬਣਾਈ, ਇਹ ਪੰਚਾਇਤ ਦਾ ਪੈਸਾ ਕਿਉਂ ਲੱਗੇ। ਆ ਆਂਗਣਵਾੜੀ ਸੈਂਟਰ ਸਾਡੇ ਨਾਲ ਹੈ, ਆ ਕੰਧਾਂ ਤਾਂ ਇਹਦੀਆਂ ਗਿਰੀਆਂ ਪਈਆਂ ਨੇ, ਅੰਦਰ ਜ਼ਰੂਰ ਝੂਲੇ ਝਾਲੇ ਲਵਾਤੇ, 4 ਝੂਲੇ ਲਵਾ ਦੇਣਗੇ। 78 ਕਰੋੜ ਰੁਪਏ ਦੇ ਨਾਲ ਤਾਂ ਪਿੰਡ ਦੇ ਵੀ ਸੋਨੇ ਦੀਆਂ ਕੰਧਾਂ ਕੱਢ ਦੋ ਚਾਹੇ। ਸੋ ਪਿੰਡ ਦਾ ਇੰਨਾ ਮਾੜਾ ਹਾਲ ਹੈ ਕਿ ਕਿਸੇ ਕੋਲੇ ਕੋਈ ਘਰ ਨਹੀਂ ਹੈ, ਕਿਸੇ ਦਾ ਘਰ ਰਹਿਣ ਯੋਗ ਨਹੀਂ ਹੈ। ਆ ਆਂਗਣਵਾੜੀ ਸੈਂਟਰ ਆਪਾਂ ਦੇਖ ਹੀ ਰਹੇ ਹਾਂ, ਉਹ ਬੋਰਡ ਲੱਗਿਆ ਸਾਹਮਣੇ, ਲੈ ਲਓ ਉਸ ਦਾ। ਸੋ ਇਹ ਸਾਰਾ ਪੈਸਾ ਵੇਸਟ ਕਰਿਆ ਜਾ ਰਿਹਾ, ਜ਼ਮੀਨ ਧੱਕੇ ਨਾਲ ਅਕਾਰ ਕਰੀ ਜਾ ਰਹੀ ਹੈ। ਸਰਕਾਰ ਨੂੰ ਅੱਜ 3 ਗੱਲਾਂ ਕਰਨੀਆਂ ਜ਼ਰੂਰੀ ਨੇ। ਜੇ ਸਰਕਾਰ ਸੱਚੀ ਮੁੱਚੀ ਸਿਰਜਦਾ ਹੈ, ਸੱਚੀ ਮੁੱਚੀ ਕਹਿੰਦੇ ਨੇ ਕਿ ਅਸੀਂ ਕਾਨੂੰਨ ਦਾ ਰਾਜ ਹੈ, ਸੱਚੀ ਮੁੱਚੀ ਕਹਿੰਦੇ ਨੇ ਅਸੀਂ ਇਨਸਾਫ ਦੇਵਾਂਗੇ, ਤਾਂ ਫਿਰ 3 ਗੱਲਾਂ ਕਰਨੀਆਂ ਨੇ। ਇੱਕ ਤਾਂ ਜਿਹੜੀ ਇਨਕੁਆਇਰੀ ਜਿਨ੍ਹਾਂ ਨੇ ਇਹ ਰਜਿਸਟਰੀ ਰਾਤ ਨੂੰ ਕਰੀ ਹੈ ਉਹਦੀ ਇਨਕੁਆਇਰੀ ਕਰਾਉਣ। ਦੂਜੇ ਜਿਹੜਾ 78 ਕਰੋੜ ਰੁਪਈਆ ਆਇਆ ਉਹ ਇੱਥੇ ਆ ਜਿਹੜਾ ਵੇਸਟ ਕਰਿਆ, ਖਰਾਬ ਕਰਿਆ ਰੁਪਈਆ, ਪਾਣੀ ਦੇ ਵਿੱਚ ਰੋੜਿਆ, ਮੈਂ ਕਹਾਂਗਾ ਵਿੱਚ ਪਤਾ ਨਹੀਂ ਕਿੰਨਾ ਖਾਧਾ ਵੀ ਹੋਏਗਾ, ਉਹਦੀ ਇਨਕੁਆਇਰੀ ਕਰਾਉਣ। ਅਤੇ ਤੀਜੀ ਗੱਲ, ਜਿਹੜਾ ਇਹਨਾਂ ਨੇ ਪਟਿਆਲੇ ਦੇ ਵਿੱਚ ਜਿੱਦਾਂ ਜ਼ਮੀਨ ਅਕਾਰ ਕਰੀ ਹੈ, ਜੇ ਉਹਦੀ ਜਿਹੜੀ ਡਿਸਕ੍ਰਿਮੀਨੇਸ਼ਨ ਇਹਨਾਂ ਨਾਲ ਵਿਤਕਰਾ ਕਰਿਆ ਸੰਵਿਧਾਨ ਦੇ ਤਹਿਤ, ਉਹ ਵਿਤਕਰੇ ਨੂੰ ਦੂਰ ਕਰਨ, ਜਿਨ੍ਹਾਂ ਅਧਿਕਾਰੀਆਂ ਨੇ ਵਿਤਕਰਾ ਕਰਿਆ ਉਹਨਾਂ 'ਤੇ ਵੀ ਐਕਸ਼ਨ ਲਿਆ ਜਾਵੇ। ਸਿੱਧੂ ਸਾਹਿਬ। ਆ ਪ੍ਰੋਫੈਸਰ ਸ਼ਾਮ ਸਿੰਘ ਜੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਾਹਿਬ ਨੇ, ਉਹ ਆਪਣੇ ਵੱਲੋਂ ਪਿੰਡ ਸੇਖੋਵਾਲ ਦੇ ਸਾਰੇ ਵਸਨੀਕ ਨੇ ਜਿਹੜੇ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿੰਨੀ ਸਾਡੇ ਸਮਰੱਥਾ ਹੈ, ਅਸੀਂ ਵੱਖੋ ਵੱਖਰੀ ਜਥੇਬੰਦੀਆਂ ਦੇ ਬੰਦੇ, ਤੁਹਾਡੀ ਗੱਲ ਦਾ ਸਾਨੂੰ ਪਤਾ ਲੱਗਾ ਕਿਉਂਕਿ ਪੱਤਰਕਾਰ ਹਮੀਰ ਸਿੰਘ ਨੇ ਪਹਿਲਾਂ ਵੀ ਇੱਥੇ ਆ ਗਏ ਸੀ, ਇਹਨਾਂ ਨੇ ਦੱਸਿਆ ਤਾਂ ਅਸੀਂ ਤੁਹਾਡੇ ਕੋਲ ਆਇਆ, ਤੁਹਾਨੂੰ ਸਿਰਫ ਹੱਲਾਸ਼ੇਰੀ ਦੇਣ ਵਾਸਤੇ ਆਏ, ਤੁਹਾਡੇ ਨਾਲ ਖੜਨ ਵਾਸਤੇ, ਕਿਉਂਕਿ
ਲੜਾਈ ਤੁਹਾਡੀ ਤੁਸੀਂ ਲੜਨੀ ਹੈ, ਅਸੀਂ ਤੁਹਾਡੀ ਪਿੱਛੇ ਖੜਾਂਗੇ, ਤੁਹਾਡੇ ਨਾਲ ਖੜਾਂਗੇ। ਜਿਹਨੂੰ ਭੁੱਖ ਲੱਗੀ ਹੁੰਦੀ ਰੋਟੀ ਉਸੇ ਨੇ ਖਾਣੀ ਹੁੰਦੀ ਹੈ, ਬਾਕੀ ਬੰਦੇ ਨਾਲ ਇੰਤਜ਼ਾਮ ਕਰਨਗੇ ਤੁਹਾਡਾ। ਜੇ ਤੁਸੀਂ ਖੜੋਗੇ ਮੈਂ 2 ਮਿੰਟ ਲਾ ਕੇ ਤੁਹਾਡੀ ਗੱਲ ਮੈਂ ਆਪਣਾ ਜਸਪਾਲ ਸਿੰਘ ਨੂੰ ਦੱਸਦਾ। ਜਦੋਂ ਇਹ ਕਾਂਗਰਸ ਸਰਕਾਰ ਹੈ, ਸਰਕਾਰਾਂ ਸਾਰੇ ਇੱਕੋ ਤਰ੍ਹਾਂ ਦੀਆਂ ਨੇ, ਤੁਹਾਨੂੰ ਲੜਨਾ ਪੈਣਾ ਕਿਉਂਕਿ ਤੁਹਾਡੀ ਬਹੁਤਿਆਂ ਦੀ ਜ਼ਿੰਦਗੀ ਲੰਘ ਗਈ। ਤੁਹਾਨੂੰ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ, ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਵਾਸਤੇ, ਆਪਣੀ ਰੋਟੀ ਬਚਾਉਣ ਵਾਸਤੇ ਲੜਾਈ ਕਰਨੀ ਹੈ ਤੇ ਅਸੀਂ ਲੜਾਈ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ। ਕਿਉਂਕਿ ਪਤਾ ਲੱਗਿਆ ਕਿ ਸਾਰੇ ਹੀ ਐਸੀ ਪਰਿਵਾਰ ਨੇ ਪਿੰਡ ਦੇ ਵਿੱਚ, ਤੇ ਇੱਕ ਪਾਸੇ ਜਦੋਂ ਛੋਟੀ ਜਿਹੀ ਗੱਲ ਹੁੰਦੀ ਹੈ ਤਾਂ ਪੰਜਾਬ ਦਾ ਜਿਹੜਾ SC/ST ਕਮਿਸ਼ਨ ਹੈ ਉਹ ਰੌਲਾ ਪਾ ਦਿੰਦਾ, ਹਿਊਮਨ ਕਰਾਈ ਪਾ ਦਿੰਦਾ। ਹੁਣ ਐਡੀ ਵੱਡੀ ਗੱਲ ਹੋਈ ਹੈ ਕਿ ਉਹਨਾਂ ਨੂੰ ਇਹ ਗੱਲ ਪਤਾ ਹੀ ਨਹੀਂ ਲੱਗੀ ਕਿ ਇੱਕ 70 ਸਾਲ ਤੋਂ ਐਸੀ ਪਰਿਵਾਰਾਂ ਨੇ ਜਿਹੜਾ ਜੰਗਲ ਤੋੜਿਆ, ਬੰਜਰ ਜ਼ਮੀਨ ਤੋੜ ਕੇ ਉੱਥੇ ਜ਼ਮੀਨ ਬਣਾਈ ਹੈ, ਜ਼ਮੀਨ ਬਣਾ ਕੇ ਉਹਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਲੱਗੇ ਨੇ, ਉਹਨਾਂ ਨੂੰ ਉਜਾੜਨ ਦਾ ਤਹੀਆ ਕੀਤਾ। ਤਾਂ ਉਹ ਕਮਿਸ਼ਨ ਕਿੱਥੇ ਗਏ ਨੇ? ਇਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਹ ਆਪਣੇ 2-4 ਬੰਦਿਆਂ ਦਾ ਗੱਲ ਬਣਾ ਕੇ ਇੱਕ ਆਪਣੀ ਅਰਜ਼ੀ ਲਿਖ ਕੇ ST ਕਮਿਸ਼ਨ ਨੂੰ ਦੇਣ, ਤੇ ਸਾਡੀ ਵੀ ਲੋੜ ਹੋਵੇ ਤਾਂ ਅਸੀਂ ਤੁਹਾਨੂੰ ਨੰਬਰ ਦੇ ਕੇ ਜਾਵਾਂਗੇ। ਅਸੀਂ ਤੁਹਾਡੇ ਨਾਲ ਵੀ ਜਾਵਾਂਗੇ, ਭਾਵੇਂ ਜਿਹੜਾ ਪੰਜਾਬ ਦਾ SC/ST ਕਮਿਸ਼ਨ ਉਹਦੇ ਗੱਲ ਕਰਨੀ ਹੋਵੇ ਜਾਂ ਤੁਹਾਡੀ ਗੱਲ ਕੇਂਦਰ ਦੇ ਵਿੱਚ ਪਹੁੰਚਾਉਣੀ ਹੋਵੇ, ਉੱਥੇ ਵੀ ਅਸੀਂ ਤੁਹਾਡੇ ਜਿੰਨੀ ਕੋਸ਼ਿਸ਼ ਹੋ ਸਕੇ ਅਸੀਂ ਆਪਣੇ ਵੱਲੋਂ ਕਰਾਂਗੇ। ਪਰ ਲੜਾਈ ਤੁਹਾਨੂੰ ਲੜਨੀ ਪੈਂਦੀ, ਹਾਰ ਕੇ ਨਹੀਂ ਬੈਠਣਾ। ਜੇ ਤੁਸੀਂ ਹਾਰ ਕੇ ਬੈਠ ਜਾਓਗੇ ਤਾਂ ਗੱਲ ਕਿਤੇ ਵੀ ਨਹੀਂ ਸਿਰੇ ਲੱਗਣੀ। ਤੁਹਾਡੀ ਇਹ ਜ਼ਿੰਦਗੀ ਦਾ, ਮੌਤ ਤੇ ਜ਼ਿੰਦਗੀ ਦਾ ਸਵਾਲ ਹੈ। ਤੁਹਾਨੂੰ ਇਹ ਗੱਲ ਧਿਆਨ ਰੱਖਣੀ ਹੈ ਕਿ ਜਿਵੇਂ ਪਿਛਲੇ 8 ਮਹੀਨੇ ਹੋ ਜਾਣੇ 26 ਤਰੀਕ ਨੂੰ ਕਿਸਾਨ ਬੈਠੇ ਨੇ ਦਿੱਲੀ ਦੇ ਆਪਣੀ ਜ਼ਮੀਨ ਬਚਾਉਣ ਵਾਸਤੇ ਨੇ, ਅਸਲ ਦੇ ਵਿੱਚ ਉਹੀ ਜ਼ਮੀਨ ਸਾਡੀ ਇੱਥੇ ਖੋਹ ਰਹੇ ਨੇ। ਅੰਬਾਨੀ ਤੇ ਅਡਾਨੀ ਸਾਡੀ ਜ਼ਮੀਨ ਇੱਥੇ ਉਹੀ ਰੂਪ ਖੋਹ ਰਹੇ ਨੇ। ਸਾਨੂੰ ਉਹਦੇ ਵਾਸਤੇ ਲੜਨਾ ਚਾਹੀਦਾ ਤੇ ਬਾਕੀਆਂ ਨੂੰ ਵੀ ਤੁਹਾਡੀ ਮਦਦ ਅਸੀਂ ਕਰਾਂਗੇ ਵੀ ਤੇ ਬਾਕੀਆਂ ਦੀ ਕਰਾਵਾਂਗੇ। ਤੇ ਅਪੀਲ ਹੈ ਜਿੰਨੀਆਂ ਐਕਟਿਵਿਸਟ ਜਥੇਬੰਦੀਆਂ ਨੇ, ਸਮਾਜ ਸੇਵੀ ਜਥੇਬੰਦੀਆਂ ਨੇ, ਮਨੁੱਖੀ ਭਲਾਈ ਦੀਆਂ ਜਥੇਬੰਦੀਆਂ ਨੇ, ਉਹ ਇਸ ਘੜੀ ਦੇ ਵਿੱਚ, ਸੰਕਟ ਦੀ ਘੜੀ ਦੇ ਵਿੱਚ ਇਸ ਪਿੰਡ ਦੇ ਗਰੀਬ ਤੁਸੀਂ ਦੇਖ ਸਕਦੇ ਸਾਰੇ ਇਹ ਕਿਹੋ ਜਿਹੇ ਵਿਚਾਰੇ ਬੰਦੇ ਨੇ ਜਿਹੜੇ ਸਾਰੀ ਕਿਰਤ ਕਰਕੇ, ਇਹ ਕਿੰਨੇ ਕੁ ਤਕੜੇ ਬੰਦੇ ਨੇ। ਜੇ ਇਹਨਾਂ ਦੀ ਰੋਜ਼ੀ ਰੋਟੀ ਆ ਵੀ ਖੋਹ ਲਈ ਤਾਂ ਇਹ ਮਰਨ ਦੇ ਕਿਨਾਰੇ ਪਹਿਲਾਂ ਹੀ ਪਹੁੰਚੇ ਹੋਏ ਨੇ, ਫਿਰ ਇਹਨਾਂ ਦਾ ਕੀ ਬਣੇਗਾ। ਇਸ ਕਰਕੇ ਇਹਨਾਂ ਨੂੰ ਬਚਾਉਣ ਵਾਸਤੇ, ਮਨੁੱਖਤਾ ਨੂੰ ਬਚਾਉਣ ਵਾਸਤੇ ਸਾਨੂੰ ਵੀ ਕੋਸ਼ਿਸ਼ ਕਰਨੀ ਤੇ ਬਾਕੀ ਵੀ ਕੋਸ਼ਿਸ਼ ਕਰਾਂਗੇ। ਇੰਨੀਆਂ ਗੱਲਾਂ ਦੇ ਨਾਲ ਮੈਂ ਜਸਪਾਲ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਕੋਈ ਗੱਲ ਕਰਨ। ਸਾਡੇ ਪਹਿਲੀ ਗੱਲ ਕਾਫੀ ਇਹਨਾਂ ਨੇ ਬੜੇ ਵਿਸਤਾਰ ਤੇ ਕਹਿਤੀ ਹੈ, ਲੜੇ ਬਗੈਰ ਅਸੀਂ ਆਪਦੀ ਰੋਜੀ ਰੋਟੀ ਨੂੰ ਬਚਾ ਨਹੀਂ ਸਕਦੇ, ਸਾਨੂੰ ਲੜਨਾ ਪਊਗਾ। ਤੁਸੀਂ ਛੋਟਾ ਮੋਟਾ ਵੀ ਲੜਾਈ ਸ਼ੁਰੂ ਕਰ ਦਿਓਗੇ, ਤੁਹਾਡੇ ਨਾਲ ਪੰਜਾਬ ਖੜਾ ਹੈ, ਲੋਕ ਖੜੇ ਹੈ। ਅਸੀਂ ਚੰਡੀਗੜ੍ਹੋਂ ਇਹੀ ਸੁਨੇਹਾ ਲੈ ਕੇ ਆਏ ਹਾਂ ਵੀ ਤੁਸੀਂ ਲੜੋ, ਅਸੀਂ ਤੁਹਾਡੇ ਨਾਲ ਹੈ। ਤੇ ਬਿਲਕੁਲ ਨਾ ਕਿਸੇ ਇਹੋ ਜਿਹੇ ਕਿਸੇ ਅਫਸਰ ਆਉਣਗੇ ਤੁਹਾਡੇ ਕੋਲੇ ਭੁਲੇਖੇ ਪਾਉਣਗੇ, ਬੜੇ ਬੜੇ ਲਾਲਚ ਦੇਣਗੇ। ਤੇ ਆ ਜਿਹੜਾ 78 ਕਰੋੜ ਰੁਪਈਆ ਇਹ ਵੀ ਲਾਲਚ ਲਈ ਹੈ, ਕਿਸੇ ਇੱਕ ਬੰਦੇ ਨੂੰ ਦੇਤਾ ਉਹਦੇ ਰਾਹੀਂ ਵਰਤਣਾ, ਸਾਰਾ ਕੁਝ ਖੁਰਦ ਕਰਨਾ, ਇਹ ਸਾਰੇ ਲਾਲਚ ਦੇਣਗੇ। ਤੁਸੀਂ ਲੜੋ, ਜ਼ੋਰ ਲੈ ਕੇ ਲੜੋ ਤੇ ਅਸੀਂ ਫਿਰ ਮੁੜ ਕੇ ਤੁਹਾਡੇ ਨਾਲ ਸਾਰਾ ਪੰਜਾਬ ਆਏਗਾ। ਇਹ ਹੁਣ ਹਿੰਮਤ ਨਹੀਂ ਹੈ, ਚੋਣਾਂ ਆ ਰਹੀਆਂ ਵੀ ਇਹ ਤੁਹਾਡਾ ਆ ਕੇ ਖੋਹ ਲੈਣਗੇ। ਹੁਣ ਨਹੀਂ ਕਿਸੇ ਦੀ ਹਿੰਮਤ ਆ ਕੇ ਦੁਬਾਰਾ ਇੱਥੇ ਪੁਲਿਸ ਲੈ ਆਉਣਗੇ। ਤੁਸੀਂ ਆਪਦਾ ਬਾਹੋ ਜ਼ਮੀਨ ਨੂੰ ਮੁੜ ਕੇ ਕਬਜ਼ਾ ਕਰੋ ਸਾਰੀ ਜ਼ਮੀਨ ਤੇ ਅਸੀਂ ਸਾਰੇ ਨਾਲ ਖੜਾਂਗੇ। ਸਾਰੇ ਅਸੀਂ ਆ ਚੰਡੀਗੜ੍ਹੋਂ ਸਪੈਸ਼ਲੀ ਇਸੇ ਕੰਮ ਲਈ ਆਏ ਆ। ਹੋਰ ਵੀ ਸਾਡੇ ਸੱਜਣ ਆ, ਲੁਧਿਆਣੇ ਤੋਂ ਆਏ ਆ ਸਾਡੇ ਸਾਰੇ ਸੱਜਣ, ਤੇ ਇਸ ਕਰਕੇ ਅਸੀਂ ਤੁਹਾਡੇ ਨਾਲ ਹੈ। ਲੜੇ ਤੋਂ ਬਗੈਰ ਕੁਝ ਨਹੀਂ ਬਣਨਾ, ਲੜਨਾ ਪਏਗਾ ਔਰ ਲੜ ਕੇ ਹੀ ਅਸੀਂ ਆਪਦੇ ਹੱਕ ਲੈ ਸਕਦੇ। ਜਿਹੜੇ ਦਿੱਲੀ 8 ਮਹੀਨਿਆਂ ਤੋਂ ਬੈਠੇ ਆ ਉਹ ਵੀ ਜ਼ਮੀਨ ਬਚਾਉਣ ਲਈ ਲੜ ਰਹੇ ਆ। ਇਸ ਕਰਕੇ ਆਪਦੀ ਲੜਾਈ ਲੜੋ ਤੇ ਲੜ ਕੇ ਸਾਰਾ ਕੁਝ ਕਰਨਾ ਪਏਗਾ ਤੇ ਅਸੀਂ ਤੁਹਾਡੇ ਨਾਲ ਹੈ। ਵੋਟ ਪੈਣ ਤੇ ਸਾਰੀ ਮਦਦ ਅਸੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420, ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ।
ਸਾਡਾ ਹੱਕ ਸਾਨੂੰ ਦੇ ਦਿਓ। ਨਹੀਂ ਠੀਕ ਹੈ ਜੀ, ਦੇਖੋ ਸਾਰੇ ਇਹ ਲੜਨ ਦੇ ਲੜਾਈ ਬਹੁਤ ਲੰਬਾ ਲੜੀ ਹੈ ਤੇ ਅਸੀਂ ਬੇਨਤੀ ਕਰਦੇ ਵੀ ਜੋ ਵੀ ਹੈਗਾ ਲੜ ਰਹੋ, ਕਿਉਂਕਿ ਉਹਨਾਂ ਕਿਸੇ ਤੁਹਾਡੇ ਨਾਲ ਪੰਜਾਬ ਦੇ ਲੋਕ ਹੋਣਗੇ। ਡਰਨ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ, ਬਿਲਕੁਲ ਕਹਿ ਦੋ ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਉਹਨਾਂ ਧੱਕਾ ਬਹੁਤ ਕਰ ਰਹੇ, ਠੀਕ ਨਹੀਂ, ਬੜੀ ਔਖੀ ਅਸੀਂ ਪੈੜੀ ਬਣਾਈ ਆ, ਅਸੀਂ ਕਿੱਥੇ ਧੱਕੇ ਖਾਣੇ ਆ ਜਿਹੜੀ ਹੁਣ ਸਾਤੇ ਖੋਦੀ ਇਹਨਾਂ ਨੇ। ਫੇ ਦੱਸਦੇ ਨਹੀਂ ਹੈਗੇ ਵੀ ਅਸੀਂ ਲੱਗੇ ਆ ਪੈੜੀ ਦੇਣ, ਕਿਸੇ ਨੇ ਵੀ ਨਹੀਂ ਦੱਸਿਆ। ਪਿੰਡ ਦੇ ਕਹਿੰਦੇ ਤੇ ਆਲੇ ਦੁਆਲੇ ਛੱਡਣੀਆਂ, ਇਹ ਵੀ ਨਹੀਂ ਛੱਡੀ, ਇਹ ਵੀ ਗਈ ਸਾਡੀ। ਧੋਖਾ ਕਰਦੇ ਹੋ ਤਾਂ ਛੱਡਣੀ ਤੁਸੀਂ ਕਹੋ ਛੱਡਣੀ ਨਹੀਂ, ਅਸੀਂ ਕਬਜ਼ਾ ਕਰਨਾ ਨਾ ਕਬਜ਼ਾ ਕਰਾਂਗੇ, ਅਸੀਂ ਕਰਾਂਗੇ, ਛੱਡਣੀ ਥੋੜੀ ਆ। ਅਸੀਂ ਕਿੱਥੇ ਧੱਕੇ ਖਾਣੇ ਆ। ਨੰਬਰ 1 ਤਾਂ ਇਹ ਹੈ ਕਿ ਲੋਕਾਂ ਦੀ ਇੱਛਾ ਦੇ ਖਿਲਾਫ ਹੈ, ਤਾਂ 80% ਗ੍ਰਾਮ ਸਭਾ ਦੀ ਮਨਜ਼ੂਰੀ ਜ਼ਰੂਰੀ ਹੈ। ਕੱਲੀ ਪੰਚਾਇਤ ਨਹੀਂ ਉਹਨੂੰ ਅਕਵਾਇਰ ਕਰਵਾ ਸਕਦੀ। 80% ਵੋਟਰਾਂ ਦੀ ਸਹਿਮਤੀ ਜ਼ਰੂਰੀ ਹੈ ਉਸ ਲੈਂਡ ਐਕੁਜੀਸ਼ਨ ਐਕਟ ਦੇ ਮੁਤਾਬਕ। ਤੇ ਦੂਜੀ ਗੱਲ এনवायरमेंटਲ ਤੇ ਸੋਸ਼ਲ ਅਸੈਸਮੈਂਟ ਜ਼ਰੂਰੀ ਹੈ। ਤੀਜੀ ਗੱਲ ਜਿਹਦੇ ਉੱਥੇ ਜ਼ਮੀਨ ਨਾ ਵੀ ਹੋਵੇ, ਉੱਥੇ ਖੇਤੀ ਨਾ ਵੀ ਕਰਦਾ ਹੋਵੇ ਪਰ ਪਿੰਡ 'ਚ ਰਹਿੰਦਾ ਹੋਵੇ, ਉਹਦੀ ਰੋਜੀ ਰੋਟੀ ਲਈ ਕੰਪਨਸੇਸ਼ਨ ਦੇਣਾ ਵੀ ਜ਼ਰੂਰੀ ਹੈ। ਉਹ ਐਕਟ ਇਸ ਕਰਕੇ ਥੋੜਾ ਟਫ ਐਕਟ ਹੈ, ਉਹਦੇ ਦੀ ਬਜਾਏ ਚੋਰ ਮੋਰੀ ਕੱਢੀ ਜਾਂਦੀ ਹੈ। ਇਸੇ ਕਰਕੇ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਮਲਾਟਾਂ ਨੇ, ਸਾਮਲਾਟ ਲਿਖਾ ਲਓ ਅੰਦਰ ਵੜ ਕੇ। ਪੰਚਾਇਤ ਬਹੁਤ ਖੁਸ਼ ਹੈ ਤੇ ਪੰਚਾਇਤ ਦਾ ਇਹ ਜ਼ਮੀਨ ਪੰਚਾਇਤ ਦੀ ਹੈ ਹੀ ਨਹੀਂ, ਇਹ ਗ੍ਰਾਮ ਸਭਾ ਦੀ ਜ਼ਮੀਨ ਹੈ। ਗ੍ਰਾਮ ਸਭਾ ਦੇ 80% ਸਹਿਮਤੀ ਤੋਂ ਬਿਨਾਂ ਜ਼ਮੀਨ ਦਿੱਤੀ ਨਹੀਂ ਜਾ ਸਕਦੀ ਕਾਨੂੰਨੀ ਤੌਰ ਤੇ ਜ਼ਮੀਨ ਅਕਵਾਇਰ ਐਕਟ ਦੇ ਤਹਿਤ। ਇਸ ਕਰਕੇ ਇਹਨਾਂ ਦੀ ਗ੍ਰਾਮ ਸਭਾ ਨੇ ਜੋ ਮਤਾ ਪਾਇਆ ਸੀ ਪਹਿਲਾਂ, ਉਹਦੇ ਉਲਟ ਜਾ ਕੇ ਰਜਿਸਟਰੀ ਕਰਾਉਣਾ, ਪੰਚਾਇਤ ਵੀ ਉਹ 'ਚ ਦੋਸ਼ੀ ਬਣਦੀ ਹੈ, ਉਹ 'ਚ ਅਧਿਕਾਰੀ ਵੀ ਦੋਸ਼ੀ ਬਣਦੇ ਨੇ। ਮੈਨੂੰ ਲੱਗਦਾ ਕਿ ਦੁਬਾਰਾ ਗ੍ਰਾਮ ਸਭਾ ਬੁਲਾ ਕੇ ਪਿੰਡ ਨੂੰ ਇੱਕ ਵਾਰ ਉਹ ਦੁਬਾਰਾ ਰੱਦ ਕਰਨਾ ਚਾਹੀਦਾ ਹੈ ਮਾਮਲਾ, ਕਿ ਅਸੀਂ ਪਹਿਲੀ ਗ੍ਰਾਮ ਸਭਾ ਦੀ ਉਲੰਘਣਾ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਅਗਲੀ ਗ੍ਰਾਮ ਸਭਾ ਹੁਣ ਉਹ ਪੁਰਾਣੇ ਪੰਚਾਇਤ ਦੇ ਫੈਸਲੇ ਨੂੰ ਵੀ ਰੱਦ ਕਰਦੀ ਹੈ ਤੇ ਅਫਸਰਸ਼ਾਹੀ ਨੂੰ ਵੀ ਇਹ ਕਹਿੰਦੀ ਹੈ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਰਜਿਸਟਰੀ ਰੱਦ ਹੋਣੀ ਚਾਹੀਦੀ ਹੈ। ਇਹ ਬੁਨਿਆਦੀ ਸਵਾਲ ਉੱਠਣੇ ਚਾਹੀਦੇ ਨੇ ਮੇਰੇ ਖਿਆਲ ਹੈ ਇਸ ਸਾਰੇ ਮਾਮਲੇ ਦੇ ਵਿੱਚ। ਇੱਕ ਵਾਰ ਫਿਰ ਗ੍ਰਾਮ ਸਭਾ ਬੁਲਾ ਕੇ, ਪੰਚਾਇਤ ਬੁਲਾਉਂਦੀ ਹੈ ਠੀਕ ਹੈ, ਨਹੀਂ ਤਾਂ 20% ਬੰਦੇ ਦਸਤਖਤ ਅੰਗੂਠੇ ਕਰਾ ਕੇ। ਪਹਿਲਾਂ ਗ੍ਰਾਮ ਸਭਾ ਜਦੋਂ ਤੁਸੀਂ ਸੱਦੀ ਸੀ ਉਦੋਂ ਇਹਨਾਂ ਨੇ ਕਰੋਨਾ ਦਾ ਪੰਗਾ ਕਰਤਾ ਸੀ ਵੀ ਤੁਸੀਂ ਇਕੱਠੇ ਨਹੀਂ ਹੋ ਸਕਦੇ, ਇਸ ਲਈ ਉਹਨੂੰ ਹੁਣ ਉਹ ਵੀ ਦੌਰ ਨਹੀਂ ਹੈ। ਹੁਣ 20% ਬੰਦੇ ਵੋਟਰ ਅੰਗੂਠੇ ਲਾ ਕੇ ਦਸਤਖਤ ਕਰਾ ਕੇ ਵੀਡੀਓ ਨੂੰ ਦਿਓ, ਗ੍ਰਾਮ ਸਭਾ ਦਾ ਇਜਲਾਸ ਸੱਦਣਾ ਔਰ ਉਸ ਦਿਨ ਉਹ ਮਤਾ ਪਾਓ ਕਿ ਇਹ ਦੁਬਾਰਾ ਨਵੇਂ ਸਿਰਿਓਂ ਪਾ ਕੇ ਫਿਰ ਕਿਸੇ ਵੀ ਕੋਰਟ 'ਚ ਚੈਲੰਜ ਹੋਏਗਾ, ਕਿਤੇ ਵੀ ਹੋਏਗਾ, ਉਹ ਸਪੋਰਟ ਬੜੀ ਵੱਡੀ ਖੜੀ ਹੋਏਗੀ ਉਸ ਮਾਮਲੇ 'ਚ। ਸਾਹਿਬ ਕੋਰਟ 'ਚ ਹੀ ਜਾ ਸਕਦੇ ਲੋਕ। ਮਤੇ 'ਚ ਕਹੋ ਵੀ ਅਸੀਂ ਰਜਿਸਟਰੀ ਰੱਦ ਕਰਦੇ ਹਾਂ, ਹਾਂ ਜਿਹੜਾ ਪੰਚਾਇਤ ਨੇ ਰਜਿਸਟਰੀ ਕਰੀ ਉਹਨੂੰ ਵੀ ਰੱਦ ਕਰਦੇ ਆ, ਸਾਰਾ ਰੱਦ ਹੈ ਜੀ। ਨਵਾਂ ਹੁਣ ਉਹ ਕਰ ਜਾ ਸਾਰਾ, ਬਿਲਕੁਲ ਜੀ, ਇਹ ਨਵੇਂ ਸਿਰਿਓਂ। ਕੋਰਟ ਵਿੱਚ ਨਹੀਂ ਜਾ ਸਕਦੇ, ਇੱਕ ਚੀਜ਼ ਦੱਸਿਓ। ਗੈਰ ਕਾਨੂੰਨੀ ਸੀ। ਹਾਂ, ਉਹ ਪਹਿਲਾਂ ਵਾਲਾ ਹੀ ਗੈਰ ਕਾਨੂੰਨੀ ਆ ਵੀ ਸਾਰਾ ਪਾਓ ਕਿ ਰਾਤ ਨੂੰ ਰਜਿਸਟਰੀ ਹੋਈ, ਬਾਕੀ ਕੀਤਾ ਡਰਾ ਧਮਕਾ ਕੇ, ਹਾਈਜੈਕ ਕਰਕੇ। ਤੇ ਜ਼ਮੀਨ ਗ੍ਰਾਮ ਸਭਾ ਦੀ ਹੈ, ਗ੍ਰਾਮ ਸਭਾ ਦੀ ਪਰਮਿਸ਼ਨ ਤੋਂ ਬਿਨਾਂ ਪੰਚਾਇਤ ਕਿਵੇਂ ਦੇ ਸਕਦੀ ਹੈ ਜਾਂ ਕੋਈ ਅਫਸਰ ਕਿਵੇਂ ਲੈ ਸਕਦਾ ਹੈ? ਕੋਰਟ ਨਹੀਂ ਜਾ ਸਕਦੇ। ਕੋਰਟ ਸੈਕੰਡਰੀ ਚੀਜ਼ਾਂ ਨੇ ਮੇਰੇ ਲਈ। ਮੈਂ ਕਹਿੰਦਾ ਜਿਹੜੀ ਤਾਕਤ ਲੋਕਾਂ ਦੇ ਕੋਲ ਹੈ, ਜਿਹੜੀ ਡੈਮੋਕ੍ਰੇਸੀ ਦੇ ਵਿੱਚ ਤਾਕਤ ਹੈ, ਲੋਕਤੰਤਰ ਦੇ ਵਿੱਚ ਤਾਕਤ ਹੈ, ਉਹਦੀ ਵਰਤੋਂ ਕਰਨੀ ਸਿੱਖਣੀ ਪਊਗੀ ਲੋਕਾਂ ਨੂੰ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਰਾਹੀਂ। ਤੇ ਗ੍ਰਾਮ ਸਭਾ ਬੁਲਾ ਕੇ ਨਾ ਸਾਰਿਆਂ ਨੂੰ ਰੱਦ ਕਰਕੇ, ਕਿ ਫੈਸਲੇ ਗਲਤ ਨੇ ਅਸਲ 'ਚ ਜਿਹੜੇ ਕੀਤੇ ਗਏ ਨੇ। ਇਹ ਪਿੰਡ ਦੀ ਪਾਰਲੀਮੈਂਟ ਹੈ ਤੇ ਪਿੰਡ ਦੀ ਪਾਰਲੀਮੈਂਟ ਫੈਸਲਾ ਦੇਵੇ, ਉਸ ਤੋਂ ਬਾਅਦ ਕੋਰਟ ਦੇਖ ਲੇਗੀ, ਬਾਕੀ ਦੇਖ ਲੇਗੀ। ਉਹਨੇ ਪਿੰਡ ਦੀ ਪਾਰਲੀਮੈਂਟ ਦੀ ਮੰਨਣੀ ਹੈ, ਕੱਲੀ ਪੰਚਾਇਤ ਦੀ ਮੰਨਣੀ ਹੈ ਜਾਂ ਅਫਸਰਾਂ ਦੀ ਮੰਨਣੀ ਹੈ। ਅੱਜ ਤੱਕ ਕਿਸੇ ਵੀ ਕੋਰਟ 'ਚ ਗ੍ਰਾਮ ਸਭਾ ਦੇ ਮਤੇ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੀ, ਉਹ ਦੂਜੇ ਦੇ ਪੱਖ ਜਾਂਦਾ। ਇਸ ਲਈ ਜਿਹੜਾ ਲੀਗਲ ਤੁਹਾਡੇ ਕੋਲ ਇੱਕ ਕਾਨੂੰਨੀ ਵੱਡਾ ਹੱਕ ਹੈ ਤੁਹਾਡੇ ਆਪਣੇ ਵੋਟਰਾਂ ਕੋਲ, ਉਹਦਾ ਇਸਤੇਮਾਲ ਕਰੋ, ਉਹਦੀ ਵਰਤੋਂ ਬਹੁਤ ਜ਼ਰੂਰੀ ਹੈ।